सतनाम वाहिगुरु साहिब जीओ। ससै सब जग सहज उपाया, तीन भवन एक ज्योति। गुरमुख वस्त प्राप्त होवै, सुन लै माणक मोती। समझै सूझै पढ़ पढ़ बूझै, अंत निरंतर साचा। गुरमुख देखै साच सुमाले, बिन साचे जग काचा। तदै धर्म धरे धर्मापुर, गुणकारी मन धीरा। तदै धूल पड़ै मुख मस्तक, कंचन भये मनूरा। धन धरणी धर आप अजूनी, तोल बोल सच पूरा। करते की मित करता जाने, कै जाने गुर सूरा। धन धरणी धर आप अजूनी, तोल बोल सच पूरा। करते की मित करता जाने, कै जाने गुर सूरा। वाहिगुरु जी का खालसा, वाहिगुरु जी की फतेह। सतगुरु गरीब नवाज पातशाह, दसां पातशाहियां दे स्वरूप सतगुरु श्री गुरु ग्रंथ साहिब जी की पावन पवित्र चरण शरण अंदर सुभाईमान सत्कारयोग साध संगत जी, आप जी बड़े प्यार सहित गुरु की हजूरी विच जुड़ बैठे हो, सिमरन दा लाहा प्राप्त कर रहे सी। अज दे प्रकरण विच दखणी ओंकार बाणी जो गुरु नानक साहब जी ने उस पंडित दे उत्ते तरस करके उन्होंने उपदेश दिता, जो ओंकार दे मंदिर विच मूर्ति नूं ओंकार कहंदा सी और लोकां तों उहदी पूजा करवाउणी। सतगुरु ने उन्होंने पुछया, ये रब किवें हो सकता है जिहड़ा किसे द्वारा घड़िया गया है? वो परमात्मा ते अकड़ है, उन्होंने किसे घड़िया नहीं अज तक। इहदे विच वो नहीं है। उन्हें फिर पुछया वो कित्थे है? जे इस मूर्ति विच नहीं, फिर उहदा टिकाणा थां, क्योंकि दो चीज़ां ने, ना कर देनी बहुत सौखी है। कहंदे ने दुनिया विच ना करनी सब तो सौखी है, ये भी नहीं है, बहुत सौखा है, क्योंकि उहदे वास्ते सानू कुछ सिद्ध ही नहीं करना पैना, लोड़ ही नहीं है। किसी चीज़ का खंडन करना होवे इन्ना सरल है जिहदा कोई अंत ही नहीं, पर किसी चीज़ नू सिद्ध करना होवे इहदे वर्गा कठिन कारज ही नहीं है। इसलिए तुसीं वेखोगे जगत विच साडे विच भी ज्ञान दीयां गल्लां जदों चलदियां ने ते उस ज्ञान की भाषा विच जे खंडन किया जाए तो बड़े लोग
ਮੰਨ ਜਾਂਦੇ ਨੇ ਵੀ ਠੀਕ ਹੈ, ਇਹ ਵੀ ਨਹੀਂ ਸੀ, ਕਿਉਂਕਿ ਸੌਖਾ ਇੱਕਦਮ ਸਬੂਤ ਦੀ ਲੋੜ ਹੀ ਨਹੀਂ, ਨਾ ਕਰ ਦੇਣੀ। ਪਰ ਗੁਰੂ ਸਾਹਿਬ ਦਾ ਇੱਕ ਸਿਧਾਂਤ ਇਹ ਹੈ ਬਾਣੀ ਦਾ, ਜਦੋਂ ਗੁਰੂ ਸਾਹਿਬ ਕਿਸੇ ਚੀਜ਼ ਦਾ ਖੰਡਨ ਕਰਦੇ ਨੇ ਵੀ ਇਹ ਚੀਜ਼ ਇੱਥੇ ਨਹੀਂ, ਨਾਲ ਇਹ ਦੱਸਦੇ ਨੇ ਉਹ ਕਿੱਥੇ ਹੈ। ਦੋ ਚੀਜ਼ਾਂ ਇਕੱਠੀਆਂ ਆਉਣਗੀਆਂ ਬਾਣੀ ਵਿੱਚ। ਖੰਡਨ ਤੇ ਕੀਤਾ ਵੀ ਇਸ ਮੂਰਤੀ ਵਿੱਚ ਜਿਹਨੂੰ ਤੁਸੀਂ ਓੰਕਾਰ ਕਹਿੰਦੇ ਹੋ, ਇਹ ਓੰਕਾਰ ਨਹੀਂ ਹੈ, ਉਹ ਤੇ ਇੱਕ ਓੰਕਾਰ ਹੈ। ਤੇ ਉਹਨੇ ਸੁਭਾਵਕ ਪੁੱਛਿਆ ਫਿਰ ਉਹ ਇੱਕ ਓੰਕਾਰ ਕਿੱਥੇ ਰਹਿੰਦਾ ਹੈ? ਜਿਹਦਾ ਨਾਮ ਲੈਂਦੇ ਉਹਦਾ ਕੋਈ ਥਾਂ ਟਿਕਾਣਾ, ਕੋਈ ਰਸਤਾ, ਗਲੀ, ਕੋਈ ਮਾਰਗ ਤੇ ਹੋਏਗਾ ਹੀ। ਹਜ਼ੂਰ ਨੇ ਦੱਸਿਆ, ਹਾਂ ਤੈਨੂੰ ਮੈਂ ਦੱਸਣਾ ਕਿੱਥੇ ਹੈ। ਤੇ ਸਤਿਗੁਰੂ ਨੇ ਇਸ ਕੱਲ ਜਿਹੜਾ ਆਪਾਂ ਵਿਸ਼ਾ ਵਿਚਾਰਿਆ ਸੀ, ਹਜ਼ੂਰ ਨੇ ਉਸ ਪੰਡਤ ਨੂੰ ਕਿਹਾ ਉਹ ਤੇਰੇ ਵਿੱਚ ਹੀ ਹੈ ਜਿਸ ਨੂੰ ਇੱਕ ਓੰਕਾਰ ਕਹਿੰਦਾ ਹੈ, ਤੂੰ ਹੀ ਉਹਦਾ ਸਬੂਤ ਹੈ ਸਭ ਤੋਂ ਵੱਡਾ। ਤੇਰੀ ਹੋਂਦ ਉਹਦੇ ਸਰੂਪ ਨੂੰ ਦਰਸਾ ਰਹੀ ਹੈ। ਤੂੰ ਜਦੋਂ ਮੇਰੇ ਵੱਲ ਦੇਖਣਾ, ਤੇਰੀਆਂ ਅੱਖਾਂ ਵਿੱਚ ਉਹ ਹੀ ਵੇਖ ਰਿਹਾ, ਤੇਰੇ ਕੰਨਾਂ ਵਿੱਚ ਉਹ ਹੀ ਸੁਣ ਰਿਹਾ ਹੈ, ਇਹਨਾਂ ਸਾਰੇ ਲੋਕਾਂ ਵਿੱਚ ਉਹੀ ਵਿਚਰ ਰਿਹਾ ਹੈ। ਪੁੱਛਿਆ ਜੀ ਦਿਸਦਾ ਨਹੀਂ? ਹਜ਼ੂਰ ਨੇ ਕਿਹਾ ਹੰਕਾਰ ਕਰਕੇ, ਕਿਉਂਕਿ ਤੈਨੂੰ ਇੱਕ ਭਰਮ ਹੈ ਕਿ ਮੈਂ ਇੱਕ ਆਦਮੀ ਹਾਂ ਸਿਰਫ, ਤੈਨੂੰ ਇੱਕ ਭਰਮ ਹੈ, ਔਰ ਇਹ ਬੜਾ ਵੱਡਾ ਭਰਮ ਤੇ ਬੜਾ ਵੱਡਾ ਹੰਕਾਰ ਹੈ। ਇਸੇ ਕਰਕੇ ਇਸ ਧਰਤੀ ਦੇ ਬਹੁਤ ਸਾਰੇ ਧਰਮ ਦੇ ਆਗੂਆਂ ਨੇ ਇੱਕ ਪ੍ਰਕਿਰਿਆ ਦੀ ਵਰਤੋਂ ਕੀਤੀ ਹੈ। ਜਦੋਂ ਉਹਨਾਂ ਕੋਲ ਕੋਈ ਜਗਿਆਸੂ ਆਉਂਦਾ ਸੀ, ਜਿਹਨੂੰ ਬੜੀ ਕਾਹਲੀ ਨਾਲ ਉਹਨਾਂ ਨੇ ਬਦਲਣਾ ਹੁੰਦਾ ਸੀ, ਤੇ ਉਹਦਾ ਨਾਮ ਬਦਲ ਦਿੰਦੇ ਸਨ, ਨਾਂ ਬਦਲ ਦਿੰਦੇ ਸਨ ਉਹਦਾ। ਇਹ ਕਿਰਿਆ ਗੁਰੂ ਘਰ ਵਿੱਚ ਵੀ ਚੱਲੀ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦਾ ਨਾਮ ਤਬਦੀਲ ਕੀਤਾ। ਪਹਿਲਾ ਨਾਮ ਤੇ ਲੈਣੀ, ਫਿਰ ਅੰਗਦ ਰੱਖੇ, ਗੁਰੂ ਅੰਗਦ ਦੇਵ ਪਾਤਸ਼ਾਹ। ਨਾਮ ਤਬਦੀਲ ਕੀਤਾ ਕਿਉਂਕਿ ਸਾਨੂੰ ਇੱਕ ਭਰਮ ਪੈ ਜਾਂਦਾ, ਜੋ ਮੇਰਾ ਨਾਮ ਹੈ ਮੈਂ ਉਹ ਹੀ ਹਾਂ। ਹੁਣ ਇਹ ਨਾਮ ਬੋਲਿਆ ਜਾਏ, ਆਦਮੀ ਕੰਨ ਖੜੇ ਕਰਦਾ ਹੈ। ਕਿਸੇ ਨਾਮ ਦੇ ਉੱਤੇ ਕਿਸੇ ਅੱਖਰਾਂ ਤੇ ਉਸਤਤ ਕੀਤੀ ਜਾਏ, ਉਸ ਬੰਦੇ ਨੂੰ ਸਵਾਦ ਆਏਗਾ, ਜਦ ਕਿ ਉਹਨੂੰ ਪਤਾ ਨਹੀਂ ਵੀ ਇਹ ਨਾਂ ਤੇ ਤੈਨੂੰ ਇੱਥੋਂ ਜਗਤ ਵਿੱਚੋਂ ਮਿਲਿਆ, ਤੇਰਾ ਨਾਮ ਹੈ ਨਹੀਂ ਹੈ, ਇਹ ਤੇਰੇ ਮਾਤਾ ਪਿਤਾ ਨੇ ਰੱਖਿਆ ਹੈ, ਇਹ ਤੇਰਾ ਨਾਮ ਹੈ ਨਹੀਂ। ਸਭ ਤੋਂ ਵੱਡਾ ਭੁਲੇਖਾ, ਸਭ ਤੋਂ ਵੱਡਾ ਝੂਠ ਹੀ ਇਹ ਹੈ ਜਿਹੜਾ ਆਦਮੀ ਆਪਣੇ ਨਾਮ ਨਾਲ ਜੁੜ ਜਾਂਦਾ ਹੈ। ਸਭ ਤੋਂ ਵੱਡਾ ਰੋਗ ਹੀ ਨਾਮ ਇਸ ਦਾ। ਸਤਿਗੁਰੂ ਨੇ ਸਾਨੂੰ ਨਾਮ ਜਿਹੜਾ ਦਿੱਤਾ ਨਾ, ਉਹ ਕਾਹਦੇ ਵਾਸਤੇ? ਵੀ ਉਹ ਨਾਮ ਇਸ ਨਾਮ ਨੂੰ ਤੋੜਦਾ ਹੈ ਜਿਹੜਾ ਸਾਡਾ ਨਾਂ ਹੈ। ਅਸੀਂ ਆਪਣਾ ਨਾਮ ਤੇ ਤੋੜਦੇ ਨਹੀਂ, ਆਪਣਾ ਹੰਕਾਰ ਤੇ ਤੋੜਨ ਨੂੰ ਤਿਆਰ ਨਹੀਂ ਹਾਂ। ਨਾਮ ਸਿਰਫ ਇਸ ਵਾਸਤੇ ਜਪਣਾ ਹੈ, ਆਪਣਾ ਨਾਮ ਟੁੱਟ ਜਾਏ। ਇਹ ਨਾਮ ਲੈ ਕੇ ਕੋਈ ਉਸਤਤ ਕਰੇ ਤੇ ਇਹਨੂੰ ਪਤਾ ਵੀ ਨਾ ਲੱਗੇ ਵੀ ਮੇਰੀ ਉਸਤਤ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ। ਕੋਈ ਉਸਤਤ ਕਰੇ ਇਹ ਨਾ ਲੈ ਕੇ ਉਹਨੂੰ ਪਤਾ ਵੀ ਨਾ ਲੱਗੇ, ਖਬਰ ਵੀ ਨਾ ਮਿਲੇ ਕਿ ਉਸਤਤ ਹੋ ਰਹੀ ਹੈ, ਕਿਹਦੀ ਹੈ, ਕਿਸ ਨਾਮ ਦੀ ਹੋ ਰਹੀ ਹੈ। ਇਹ ਤੇ ਮੇਰਾ ਨਾਮ ਹੀ ਨਹੀਂ ਹੈ। ਜਨਮ ਦੇ ਸਮੇਂ ਕਿਸੇ ਆਦਮੀ ਦਾ ਕੋਈ ਨਾਂ ਨਹੀਂ, ਬਾਅਦ ਵਿੱਚ ਮਿਲਿਆ ਨਾਮ ਉਸਨੂੰ, ਔਰ ਜਾਲੀ ਹੈ। ਮੈਂ ਬੇਨਤੀ ਕਰਾਂ, ਫੋਨ ਬੰਦ ਕਰ ਦਿਆ ਕਰੋ ਹਰ ਰੋਜ਼, ਇਹ ਕਹਿਣਾ ਨਾ ਪਵੇ। ਇਹ ਨਾਮ ਜਿਤਨੇ ਦਿੱਤੇ ਗਏ ਹਨ, ਇਹ ਸਾਰੇ ਜਗਤ ਵੱਲੋਂ, ਤੇ ਇਹ ਸਿਰਫ ਕੰਮ ਚਲਾਊ ਨੇ। ਇਸ ਕਰਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਜਿਹਦੇ ਵਿੱਚੋਂ ਤੂੰ ਆਇਆ ਉਹ ਵੀ ਇਨਾਮ ਹੈ। ਤੇ ਅਸਲ ਵਿੱਚ ਜਿੱਦਣ ਤੇਰਾ ਵੀ ਨਾਮ ਨਾ ਰਹੇਗਾ, ਤੇਰੇ ਅੰਦਰੋਂ ਹਉਮੈ ਮਰ ਜਾਏਗੀ, ਤੇਰੀ ਨਿੰਦਿਆ ਹੋਵੇ ਤੇ ਤੈਨੂੰ ਕ੍ਰੋਧ ਨਾ ਆਵੇ, ਤੇਰੀ ਉਸਤਤ ਹੋਵੇ ਤੇ ਤੈਨੂੰ ਹੰਕਾਰ ਨਾ ਆਵੇ। ਉਸ ਦਿਨ ਸਮਝੀ ਤੂੰ ਧਰਮ ਦੇ ਮਾਰਗ ਵਿੱਚ ਪਹਿਲਾ ਕਦਮ ਰੱਖਿਆ। ਉਸ ਤੋਂ ਪਹਿਲਾਂ ਤੇ ਮੇਲਾ ਜੋ ਲਈ ਜਿੰਨਾ ਮਰਜ਼ੀ ਚੱਲਦਾ ਰਹੇ, ਉਸ ਤੋਂ ਪਹਿਲਾਂ ਤੇ ਰਾਹ 'ਚ ਹੀ ਖੜੇ ਆ। ਨਾਮ ਦੇ ਦੁਆਲੇ ਆਦਮੀ ਘੁੰਮਦਾ ਹੈ, ਉਹਦਾ ਨਾਮ ਕਿਸੇ ਅਹੁਦੇ ਨਾਲ ਜੁੜ ਜਾਏ, ਗੁਰਦੁਆਰੇ ਆਏਗਾ। ਉਸ ਅਹੁਦੇ ਨਾਲੋਂ ਜਦੋਂ ਨਾਮ ਕੱਟਿਆ ਗਿਆ, ਪਰਤ ਕੇ ਤੁਹਾਨੂੰ ਕਈ ਸਾਲ ਗੁਰਦੁਆਰੇ ਦਿਸੇਗਾ ਹੀ ਨਹੀਂ ਆਦਮੀ।
क्योंकि वो ਉਹਦੇ ਨਾਲ जुड़िया नाम होता। ਉਹਦੀ ਹਉਮੈ ਦੇ ਈਗੋ ਦੇ सहारे ते सारे धर्म चलते हैं। सतगुरु ने कहा परमात्मा का नाम एक ओंकार वो तेरे विच है, उन्होंने वेख अंदरों। उन्हें कहा किवें वेखां? कहंदे झुक उहदे अगे, सिर नीवा कर वेख। बाबा फरीद साहब कहंदे ने जदों ये श्लोक पढ़ने आ ना, जिहदे विच बाबा फरीद साहब कहंदे जे तू अकल लतीफ काले लिख ना लेख, अपनड़े गरीबान मैं सिर नीवा कर वेख। जे तू वेखना है तो अपने विचों ही वेख, होर कित्थों वेखने? पहला तो अपनी खबर लै तू कित्थे खड़ा है। याद रखना गुरु ग्रंथ साहिब जी की बाणी ने परमात्मा की गल बाद विच कीती, पहला मनुख की गल कीती, उहदे दर्शन की गल कीती जरूर, दर्शन की गल बाद विच, पहला अख की गल कीती। उस अख वल वेख जिन्हें उन्होंने वेखना है, उन्होंने साफ कर, क्योंकि जे तेरी अख साफ ना होई दर्शन भी साफ नहीं होएगा। अख दे उत्ते दर्शन खड़ा है, सामने बड़ी सोहनी तस्वीर है ते दो आदमी उहदे खड़े ने। किसी बजुर्ग नूं पुछना तेनू तस्वीर किवें दी दिसदी है, जिहदी उम्र 80 तो अगे लंघ गई, जिहदी नज़र कमज़ोर पै गई। एक नौजवान खड़ा, उन्होंने पुछ भी आ तस्वीर किवें दी, कहेगा बड़ी सोहनी दिसदी है ना, नज़र है कोल, अख है। ते बजुर्ग नूं कहो जी तुसीं दसो तस्वीर, ते जदों वेखेगा वो कहेगा तस्वीर टुटी हुई विचों, कई टुकड़े ने, तस्वीर 4 टुकड़ियां विच दिसदी पई। हुण दो आदमी ने, एक कहंदा तस्वीर पूरी सोहनी सुंदर है, दूसरा कहंदा 4 टुकड़ियां विच फर्क की पै गया, तस्वीर तो उही है। बजुर्ग की अख की नज़र कमज़ोर पै गई। नज़र कमज़ोर पैन दे नाल नज़ारे तब्दील हो जाते हैं, दिसन वालियां चीज़ां। दृष्टि कमज़ोर पैन नाल दर्शन कमज़ोर पै जाता है, ठीक नहीं दिसदा। इस करके गुरु ग्रंथ साहिब जी कहते दर्शन की गल छड्ड, अख की गल कर। पहला तेरी अख दे उत्ते मिट्टी जमी हुई है, पहला उस मिट्टी नूं ला। दर्शन की मंग की तो लोड़ ही कोई नहीं, क्योंकि दर्शन देने लई वो ते तू जिदन दा जन्मिया तेरे दरवाजे ते खड़ा, मैनू वेखण लई कोई आवे तो सही। परमात्मा तो इस आस विच ही ते आदमी नू पैदा करदा है। तुसी बाणी पढ़ के वेखो, धन गुरु ग्रंथ साहिब जी की बाणी पढ़ो, उहदे विच साडे जन्म का प्रयोजन रखिया गया है कि असी जन्म लैके वापस उन्होंने वेख सकीए। इस आस विचों सानू पैदा करदा है कि मैनू वेख सकण। जिवें एक जिमीदार एक फसल बीजदा, इस आस विच भी इन्नी निकले सिट्टे आउण। जिदन सिट्टे आउंदे ने वो बड़ा खुश हुंदा है, बड़ी खुशी हुंदी है उहनूं। पर जे वो फसल अध विच ही गवाच जाए, गल जाए जां बीमारी की शिकार हो जाए, वो निराश हुंदा है। वैसे परमात्मा दे जीवन विच तां कोई निराशा नहीं, पर एक गल पक्की है, जिदन जिस आदमी नूं उन्हें जन्म दिता है वो जीवन दे विच मरण तो पहला उन्होंने वेख ना सके। परमात्मा नूं इन्ना ही दुख हुंदा जिन्ना एक जिमीदार नूं फसल बीज के जिहड़ी फसल अध विच ही मर जाए, अध विच रह जाए। आपां बाणी विच पढ़ने आ, जिहदे विच गुरु नानक साहिब जी कहंदे ने नानक गुरु ना चेतनी मन अपने सुचेत, छुटै तिल बुआड़ जो सुंझै अंदर खेत, खेतै अंदर छुटिया कहो नानक सौ ना, फलियां फुलियां बपड़े भी तन विच सुआ। फसल सड़ गई, विच ही रह गई, जिमीदार निराश। सानू उन्हें पैदा किया भी ये जन्म लैके मैनू वेखणगे, जन्म लैके मैनू सुणनगे, जन्म लैके मेरे नाल जुड़नगे। पर जन्म लैंदियां सार आपां टुट गए, परत के कनैक्शन बने ही नहीं, जोड़ बने ही नहीं। इस करके सब तो ज़्यादा जिहड़ा गुरु ग्रंथ साहिब जी की बाणी विच मैं सवेरे भी एक बेनती की सी, उस शब्द दे विच गुरु अर्जन देव जी ने साडी जिंदगी के 4 हिस्से कहे सन, ते उहदे विच साफ साफ कहा गया सी। और वार वार गुरु ग्रंथ साहिब विच शब्द आउंदे ने कि जन्म लैण तो पहला जिहड़े 9-10 महीने ने माँ के शरीर विच, वो जिम्मेवारी परमात्मा दी है। उन्हें तेरी हिफाजत करनी है,
ਉਹਨੇ ਤੇਰੀ ਰਾਖੀ ਕਰਨੀ ਹੈ, ਉਹਨੇ ਤੈਨੂੰ ਸਿਮਰਨ ਦੁਆਰਾ ਜਿੰਦਾ ਰੱਖਣਾ ਹੈ, ਉਹਨੇ ਤੈਨੂੰ ਮਾਂ ਦੇ ਸਰੀਰ ਵਿੱਚੋਂ ਖੁਰਾਕ ਦੇਣ ਦਾ ਪ੍ਰਬੰਧ ਕੀਤਾ ਹੈ, ਉਸ ਧੁਨੀ ਦੇ ਕਨੈਕਸ਼ਨ ਦੁਆਰਾ, ਨਾੜੂ ਦੁਆਰਾ, ਉਹਦੇ ਰਾਹੀਂ ਜਿਉਂਦਾ ਹੈ, ਸਰੀਰ ਵਿੱਚ ਖੁਰਾਕ ਲੈਂਦਾ ਹੈ। ਔਰ ਉਹ ਐਸੀ ਜ਼ਿੰਦਗੀ ਹੈ ਜਿੱਥੇ ਸਵਾਸ ਨਹੀਂ, ਬਿਨਾਂ ਸਵਾਸ ਤੋਂ ਮਨੁੱਖ ਜਿਉਂਦਾ ਹੈ। ਪਰ ਜਿਉਂ ਹੀ ਮਨੁੱਖ ਜਨਮ ਲਏਗਾ, ਜਨਮ ਤੋਂ ਪਹਿਲੀ ਜ਼ਿੰਮੇਵਾਰੀ ਪਰਮਾਤਮਾ ਦੀ ਹੈ, ਜਨਮ ਲੈਂਦਿਆਂ ਸਾਰ ਜ਼ਿੰਮੇਵਾਰੀ ਮਨੁੱਖ ਦੀ ਸ਼ੁਰੂ ਹੋ ਜਾਂਦੀ ਹੈ। ਉਹ ਜ਼ਿੰਮੇਵਾਰ ਹੈ ਸਾਰੀ ਜ਼ਿੰਦਗੀ ਦਾ। ਜਿੱਦਣ ਦਾ ਅਸੀਂ ਜਨਮ ਲਿਆ ਔਰ ਅਖੀਰ ਤੱਕ ਸਾਰੀ ਜ਼ਿੰਦਗੀ ਦੇ ਜ਼ਿੰਮੇਵਾਰ ਅਸੀਂ ਹਾਂ। ਦੌੜ ਨਹੀਂ ਸਕਦੇ, ਭੱਜ ਨਹੀਂ ਸਕਦੇ, ਇੱਕ ਇੱਕ ਇੰਚ ਦੇ ਜ਼ਿੰਮੇਵਾਰ ਹਾਂ। ਇਸ ਚੀਜ਼ ਨੂੰ ਪਹਿਲਾਂ ਮੰਨਣਾ ਪਏਗਾ। ਅਸੀਂ ਇੱਕ ਕੱਖ ਵੀ ਇੱਧਰ ਉੱਧਰ ਹਿਲਾਇਆ ਹੈ, ਉਹਦੇ ਵੀ ਜ਼ਿੰਮੇਵਾਰ ਹਾਂ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕਈ ਸ਼ਬਦ ਦੱਸ ਰਹੇ ਨੇ, ਅਨੇਕ ਸ਼ਬਦ ਨੇ। ਆ ਹੁਣੇ ਮੈਂ ਪੜ੍ਹਿਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਇਹ ਜ਼ਿੰਮੇਵਾਰੀ ਬਣਦੀ ਮਨੁੱਖ ਦੀ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਮਨੁੱਖ ਜ਼ਿੰਮੇਵਾਰ ਹੈ ਸਾਰੀ ਜ਼ਿੰਦਗੀ ਦਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕੌਣ ਜ਼ਿੰਮੇਵਾਰ ਹੈ? ਮਨੁੱਖ ਜ਼ਿੰਮੇਵਾਰ ਹੈ। ਔਰ ਇਸ ਖਿਆਲ ਨੇ ਸਾਨੂੰ ਨਾਸਤਿਕ ਕਰ ਦਿੱਤਾ ਹੈ। ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਗੁਰੂ ਦੀ ਜ਼ਿੰਮੇਵਾਰੀ ਹੈ। ਸਾਡੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੈ। ਇਹਨੇ ਸਾਨੂੰ ਨਾਸਤਿਕ ਤਕਰੀਬਨ ਕਰ ਹੀ ਦਿੱਤਾ ਹੈ। ਨਾਮ ਮਾਤਰ ਹੀ ਸਾਡੇ ਵਿੱਚ ਧਰਮ ਹੈ। ਸਤਿਗੁਰੂ ਨੇ ਕਿਹਾ ਜ਼ਿੰਮੇਵਾਰੀ ਤੇਰੀ, ਤੇ ਜਦੋਂ ਜ਼ਿੰਮੇਵਾਰੀ ਤੇਰੀ ਫਿਰ ਤੂੰ ਆਪਣੇ ਆਪ ਨੂੰ ਵੇਖ ਸਕੇਗਾ ਮੈਂ ਕਿੱਥੇ ਗਲਤ ਹਾਂ। ਹੁਣ ਉਹਦੇ ਤੋਂ ਬਾਅਦ ਜਦੋਂ ਜ਼ਿੰਦਗੀ ਦੇ ਵਿੱਚ ਬੰਧਨ ਦਿਸਣਗੇ ਤੇ ਫਿਰ ਆਦਮੀ ਅਰਦਾਸ ਕਰੇਗਾ, ਤੇ ਅਰਦਾਸ ਤੋਂ ਬਾਅਦ ਗੁਰੂ ਉਹਦੇ ਬੰਧਨ ਖਲਾਸ ਕਰੇਗਾ, ਖੋਲੇਗਾ। ਇਹ ਤਿੰਨ ਘਟਨਾਵਾਂ ਨੇ ਸਾਡੀ ਜ਼ਿੰਦਗੀ ਦੀਆਂ। ਬੰਧਨ ਅਸੀਂ ਆਪ ਨਹੀਂ ਖੋਲ ਸਕਦੇ, ਪਰ ਜ਼ਿੰਮੇਵਾਰੀ ਸਾਡੀ ਹੈ ਵੀ ਅਸੀਂ ਉਹਨਾਂ ਇਸ ਜੀਵਨ ਦੇ ਵਿੱਚ ਕੀ ਕਰ ਰਹੇ ਹਾਂ, ਤੇ ਜਿੱਥੇ ਜਿੱਥੇ ਅਸੀਂ ਗਲਤ ਕਰ ਰਹੇ ਹਾਂ ਉਸ ਰਾਹ ਨੂੰ ਗੁਰੂ ਕੋਲੋਂ ਪੁੱਛਣਾ, ਫਿਰ ਅਰਦਾਸ ਕਰਕੇ ਉਹ ਬੰਧਨ ਖੁਲਵਾਣੇ ਤੇ ਮੁਕਤ ਹੋਣਾ, ਆਜ਼ਾਦ ਹੋਣਾ, ਖੁੱਲ ਜਾਣਾ ਸਾਰੇ ਦੁੱਖਾਂ ਤੋਂ, ਸਾਰੇ ਬੰਧਨਾਂ ਤੋਂ। ਇਸ ਕਰਕੇ ਜਨਮ ਤੋਂ ਪਹਿਲਾਂ ਜ਼ਿੰਮੇਵਾਰ ਪਰਮਾਤਮਾ ਸੀ, ਜਨਮ ਤੋਂ ਬਾਅਦ ਉਹ ਜ਼ਿੰਮੇਵਾਰ ਨਹੀਂ ਹੈ। ਜੇ ਉਹ ਜ਼ਿੰਮੇਵਾਰ ਨਾ ਹੁੰਦਾ, ਅਸੀਂ ਨਾ ਹੁੰਦੇ, ਤੇ ਸਾਡੀ ਜ਼ਿੰਦਗੀ ਵਿੱਚ ਪਾਪ ਹੋਣੇ ਹੀ ਨਹੀਂ ਸੀ, ਕਿਉਂਕਿ ਉਹ ਪਾਪ ਕਰਨ ਹੀ ਨਹੀਂ ਦਿੰਦਾ। ਜਿਹਦਾ ਜੀਵਨ ਪਰਮਾਤਮਾ ਦੇ ਹੱਥਾਂ ਵਿੱਚ ਹੈ, ਉਸ ਹਸਤੀ ਨੂੰ ਕਦੀ ਉਹ ਪਾਪ ਨਹੀਂ ਕਰਨ ਦੇਗਾ। ਜਨਮ ਤੋਂ ਪਹਿਲਾਂ ਉਹ ਸਾਡੇ ਉੱਤੇ ਖੜਾ ਸੀ, ਉਹਨੇ ਪਾਪ ਹੋਣ ਹੀ ਨਹੀਂ ਦਿੱਤਾ। ਆ ਜਿੰਨੇ ਪੰਛੀ ਤੇ ਪਸ਼ੂ ਨੇ ਸਾਰੇ ਉਹਦੇ ਹੱਥਾਂ ਵਿੱਚ ਨੇ, ਉਹਦੇ ਜ਼ਿੰਮੇਵਾਰੀ ਵਿੱਚ ਜਿਉ ਰਹੇ ਨੇ, ਕੋਈ ਵੀ ਪਾਪ ਨਹੀਂ ਕਰਦਾ। ਇਸ ਕਰਕੇ ਉਹਨਾਂ ਨੂੰ ਕਿਸੇ ਉਪਦੇਸ਼ ਦੀ ਲੋੜ ਵੀ ਨਹੀਂ ਪੈਂਦੀ। ਇਸ ਧਰਤੀ ਤੇ ਦੋ ਚੀਜ਼ਾਂ, ਪੁੰਨ ਤੇ ਪਾਪ, ਇਸ ਮਨੁੱਖ ਜਾਤੀ ਨਾਲ ਹੀ ਸਿਰਫ ਜੁੜੀਆਂ ਨੇ। ਇਸ ਕਰਕੇ ਸਾਨੂੰ ਗੁਰੂ ਦੀ ਲੋੜ ਹੈ ਤਾਂ ਕਿ ਅਸੀਂ ਪਾਪ ਤੇ ਪੁੰਨ ਦੋਵਾਂ ਨੂੰ ਪਾਰ ਕਰ ਜਾਈਏ, ਇੱਕ ਨੂੰ ਨਹੀਂ ਖਿਆਲ ਰੱਖਣਾ। ਕਿਉਂਕਿ ਜੇ ਪੁੰਨ ਰਹਿ ਗਿਆ ਤੇ ਪਾਪ ਵੀ ਰਹੇਗਾ। ਸਤਿਗੁਰੂ ਨੇ ਪਾਪ ਤੇ ਪੁੰਨ ਤੋਂ ਦੋਵਾਂ ਤੋਂ ਸਾਨੂੰ ਬਾਹਰ ਕੱਢਿਆ, ਅੱਗੇ ਕੀਤਾ। ਕਿਉਂਕਿ ਪੁੰਨ ਦੇ ਅਰਥ ਨੇ ਸ਼ੁਭ ਕਰਮ ਕਰਕੇ ਉਹਦੇ ਹੰਕਾਰ ਵਿੱਚ ਵੱਜਣਾ। ਔਰ ਜਿਹੜੀ ਚੀਜ਼ ਸਾਡੇ ਕੋਲ ਨਹੀਂ, ਸਭ ਤੋਂ ਵੱਡਾ ਪਾਪ ਹੈ ਉਹਨੂੰ ਮੰਨ ਲੈਣਾ ਕਿ ਸਾਡੇ ਕੋਲ ਹੈ। ਇੱਕ ਸਭ ਤੋਂ ਵੱਡਾ ਅਪਰਾਧ ਗੁਰੂ ਸਾਹਿਬ ਨੇ ਜਿੱਥੇ 9 ਪ੍ਰਕਾਰ ਦੇ ਭਗਤ ਗਿਣੇ ਨਾ, 9 ਪ੍ਰਕਾਰ ਦੀ ਭਗਤੀ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਇਹ ਵੀ ਨੇ ਜਿਹਦੇ ਵਿੱਚ ਸਾਹਿਬ ਕਹਿੰਦੇ ਇੱਕ ਆ ਵੀ ਭਰਮ ਹੈ ਉਸ ਦੁਨੀਆ ਵਿੱਚ, ਧਾਰਮਿਕ ਦੁਨੀਆ ਵਿੱਚ, ਜਿੱਥੇ ਮਿਲਿਆ ਕੁਝ ਵੀ ਨਹੀਂ ਤੇ ਬੰਦਾ ਸਮਝ ਲੈਂਦਾ ਮੈਂ ਬਹੁਤ ਅੱਗੇ ਪਹੁੰਚ ਗਿਆ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਐਲਾਨ ਕਰਦੇ ਨੇ ਪਾ ਲਿਆ ਮੈਂ, ਮੈਨੂੰ ਲੋੜ ਹੀ ਨਹੀਂ ਹੋਰ ਕਿਸੇ ਚੀਜ਼ ਦੀ। ਸਭ ਕਹਤੇ ਹੈ ਪਾਇਆ, ਬਸ ਥੋੜਾ ਜਿਹਾ ਤੁਰੇ 4 ਕੁ ਕਦਮ, ਕਹਿੰਦੇ ਮਿਲ ਗਿਆ ਸਭ ਕੁਝ, ਹੁਣ ਤੇ ਲੋੜ ਹੀ ਨਹੀਂ ਹੈ। ਹਜ਼ੂਰ ਕਹਿੰਦੇ ਜਿੱਦਣ ਤੂੰ ਗੁਰੂ ਕੋਲ ਜਾਏਗਾ ਉਦਣ ਵੇਖੇਗਾ ਅਜੇ ਤੇ 2 ਕਦਮ ਵੀ ਨਹੀਂ ਤੁਰਿਆ, ਅਜੇ ਤੇ ਰਾਹ ਵਿੱਚ ਹੀ ਖੜਾ ਹੈ। ਇਸ ਕਰਕੇ ਉਹ ਬ੍ਰਾਹਮਣ ਜਿਹੜਾ ਉਸ ਥਾਂ ਤੇ ਪੂਜਾ ਕਰਦਾ ਸੀ ਉਸ ਮੂਰਤੀ ਦੀ, ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦੱਸਿਆ ਕਿ ਮੂਰਤੀ ਵਿੱਚ ਉਹਨੂੰ ਨਾ ਲੱਭ, ਉਹ ਤੇਰੇ ਵਿੱਚ ਛੁਪਿਆ ਹੋਇਆ ਹੈ।
तेरे विचारां दी मैल दे पासे हो गया, ओले विच चला गया। पड़दे ला उतों अपने मन दे। ज्यों ज्यों तू अपने आप नूं साफ करी जाएगा, ज्यों ज्यों तू अपने आप नूं शुद्ध करी जाएगा, जिदन तेरे विचों सारी अशुद्धता, सारी मैल, सारा हंकार, मोह, वासना, विकार आदिक, हौमै दी पकड़, ये चीज़ां जिदन धुप जाणगियां, उस दिन तेनू बाहरों नहीं तेनू अंदरों ही दिसन लग पैगा। तो जदों अंदरों दिसेगा फिर बाहर वेखेगा तो बाहर भी नज़र आ जाएगा। जिन्ना चिर तेरी अख साफ नहीं हुंदी उन्ना चिर उहदे दर्शन भी तेरे साफ नहीं। वो दर्शन तू आप ही बनाए ने, जिवें तू मूर्ति आप बनाई है। फर्क कुछ भी नहीं ख्याल रखना। असी मूर्ति पूजा का खंडन करने आ। एक ने बाहरों मूर्ति घड़ लई, एक ने अपने मन विच बना ली। फर्क दोवां विच कोई नहीं है, दोवें मूर्ति पूजा है। असी बड़े उच्चे उच्चे भाषणों विच कहने असी मूर्ति पूजा नहीं करते। बड़े बड़े वखियान ने लोगों नूं प्रभावित कर लिया जाता है। असी एक दी गल करने, गल ही करने, एक नाल जुड़े थोड़ी हाँ। असी मूर्ति पूजा नहीं करते, पर मूर्ति पूजा का अर्थ है जिन्ना च साडा ध्यान की होया एक पत्थर की मूर्ति की पूजा नहीं करते। की पता मास दियां किन्नियां मूर्तियां साडे मन विच रहिंदियां ने। एक पत्थर की मूर्ति छड्डी, उहदा असीं खंडन कर दिता, ब्राह्मण नूं कह दिता कर्म कांड है। मूर्ति पूजा तो वही व्यक्ति मुक्त हो सकता है जिहड़ा नाम नाल जुड़ जाए, उहदा रूप बन जाए, उहदे वर्गा हो जाए। बाकी आपां सारे मूर्तियां विच ही फसे हुए हैं। कोई किसी तरह की मूर्ति विच फसिया, कोई किसी तरह की मूर्ति विच, कोई किसी तरह के संसार विच फसिया होया है। इस करके ख्याल रखना, शायद आपां मूर्ति पूजक होईए। साडे मन विच किन्नियां मूर्तियां ने संसार दियां, किन्नियां चीज़ां असीं स्टोर कीतियां होईयां ने, जिन्ना चिर वो डिलीट नहीं हुंदियां, निकलदियां ने विचों। अचेतन मन दे विच किन्ना कुछ लुकिया बैठा है जो असी साਂਭ के रखिया है। उत्थे साडे मंदिर ने, उत्थे साडियां मूर्तियां ने, उत्थे असी उन्हां अगे झुकने आ। बाहरों असी कहने आ कि असी मूर्ति पूजा नहीं करते। सानू मूर्ति पूजा तो बचना चाहिए है, अरदास करनी चाहिए है। ਇਹਦੇ ਨਾਲ कोई गल नहीं निबड़ती कि असी एक दी गल करने आ। मैनू एक बहुत सुंदर कहानी मैं पढ़ी है, आप जी ने साझी करदे आ। किसी चीज़ नूं जानन नाल असी उत्थे पहुँचते नहीं। इस भरम तो थोड़ा जिहा अगे तुरीए, उस ब्राह्मण नूं जो ओंकार दे विच बैठा सी मंदिर विच, गुरु साहिब नूं ये कह रहे ने, क्योंकि उन्हें कहा भी हुण खोज की करनी। मंदिर दे विच मूर्ति सामने पई सी, उन्होंने कहंदे लोग आउंदे ते वो पुछदे जी परमात्मा, वो पर्दा पासे कर दिंदा, लोग मूर्ति नूं वेख के मत्था टेक दिंदे सन। वो कहंदे सन यही परमात्मा, गल खत्म हो गई, पत्थर मिल पिया, वो ही परमात्मा बन गया। किसी चीज़ नूं जानन दे नाल कोई चीज़ मिलती नहीं, परमात्मा नूं जान लैण दे नाल। और जे शरधा नूं सट ना वजे, इत्थों तक उहनूं जप लैण नाल भी गल सिरे ते नहीं जाती, जिन्ना चिर आदमी उहदे वर्गा नहीं हो जाता। बिल्कुल ये तो एक शुरुआत है ना, जपना आरंभता है। गल इत्थे जाके मुक्ति, जिन्हों गुरु रामदास सच्चे पातशाह कहते, जिन हर जपिया से हर होए। जपिया जरूर जपिया, कोई शक नहीं। जपना आरंभ है, जपना शुरुआत है, पर एंड नहीं, समाप्ति नहीं। समाप्ति इत्थे है कि जिन हर जपिया से हर होए, उहदे वर्गे ही हो गए। बिल्कुल उवें दा ही सुभाव। ते गुरु ग्रंथ साहिब जी की बाणी विच सारा वैगुरू का सुभाव ही तो है। उहदे तो भुल के वैर हो ही नहीं सकता। निर्वैर है, निरभौ है। कहंदे ने एक आदमी एक परमात्मा दे फकीर दे कोल गया, वो काफ़ी मशहूर सी कि लोकां नूं परमात्मा नाल जोड़ दिंदा सी। उहदे कोल पहिलां होर भी बहुत सारे, जिवें तुसीं सिख इतिहास विचों पढ़दे हो, पीर भीखन शाह सी, उहदे कोल किन्ने मुरीद रहिंदे। इस तरह के आश्रम दुनिया विच शुरू तो रहे ने, कुछ भी उहनूं कह लईए। उत्थे पहुंचिया ते वो जिहड़ा फकीर सी, वो आम आदमी वांगू रहिंदा सी, सीधे जे कपड़े पा के खद्दर दे। वो भी
किते किते मिट्टी लगी हुई, ਉਹਦੀ पहचान नहीं सी आउंदी भी ये कोई फकीर होवेगा भी, क्योंकि ना कोई उन्हें उच्चा थां बनाया, आम आदमी वांगू जिथे जगह मिल गई बैठ गया। ਉਹਨੂੰ ਕਿਸੇ दस दिता भी वो सामने बैठा है, और इत्थे 5000 ਉਹਦੇ मुरीद रहिंदे ने। ਬਹੁਤਿਆਂ ਵਿੱਚੋਂ ਉਹਨਾਂ ਨੂੰ ਗਿਆਨ ਹੋ ਚੁੱਕਾ है, कई अजे काम कर रहे ने, तू भी चला जा। ਉਹ ਬੈਠਾ ਹੋਇਆ ਸੀ ਤੇ ਜਦੋਂ ਜਗਿਆਸੂ ਜਿਹੜਾ ਕਈ ਸਾਲਾਂ ਤੋਂ ਕਈ ਥਾਵਾਂ ਤੇ ਗਿਆ ਸੀ, ਜਦੋਂ ਪਹੁੰਚਿਆ ਨਾ, ਉਹਨੇ ਜੀ ਆਇਆਂ ਨੂੰ ਕਿਹਾ ਉਸ ਫਕੀਰ ਨੇ। ਉਹ ਕਹਿੰਦਾ ਜੀ ਮੈਂ परमात्मा बारे, परमात्मा ਨੂੰ मिलना ਚਾਹੁੰਦਾ, परमात्मा बारे कुछ दसो, परमात्मा बारे कुछ दसो। ਤੇ ਉਹਨੇ ਇੱਕ ਗਲੀ ਸੀ ਉਧਰ ਨੂੰ ਇਸ਼ਾਰਾ ਕਰ ਦਿੱਤਾ, ਕਹਿੰਦੇ ਇੱਧਰ ਚਲਾ ਜਾ। ਕਹਿੰਦੇ ਮੈਂ ਤੁਹਾਡੇ ਕੋਲ ਆਇਆ। ਉਸ ਫਕੀਰ ਨੇ ਦੋ ਗੱਲਾਂ ਕਹੀਆਂ। ਕਹਿਣ ਲੱਗਾ ਤੂੰ ਪਰਮਾਤਮਾ ਬਾਰੇ ਜਾਣਨਾ ਚਾਹੁੰਦਾ ਹੈ ਕਿ ਉਹਨੂੰ ਮਿਲਣਾ ਚਾਹੁੰਦਾ ਹੈ? ਦੋ ਚੀਜ਼ਾਂ ਨੇ, ਪਹਿਲਾਂ ਇਹ ਫੈਸਲਾ ਕਰ। ਉਹ 20 ਸਾਲਾਂ ਤੋਂ ਫਿਰ ਰਿਹਾ ਸੀ, ਅੱਜ ਉਹਨੂੰ ਪਤਾ ਲੱਗਾ ਵੀ ਪਰਮਾਤਮਾ ਬਾਰੇ ਜਾਣਨਾ ਇੱਕ ਵੱਖਰੀ ਚੀਜ਼ ਹੈ ਤੇ ਮਿਲਣਾ ਹੋਰ ਹੈ। ਪਹਿਲੀ ਵਾਰੀ ਉਹਨੂੰ ਪਤਾ ਲੱਗਾ, ਔਰ ਸਾਨੂੰ ਸਾਰਿਆਂ ਨੂੰ ਪਹਿਲੀ ਵਾਰੀ ਪਤਾ ਲੱਗਦਾ ਹੈ। ਅਸੀਂ ਸੋਚ ਲੈਂਦੇ ਹਾਂ ਕੁਝ ਚੀਜ਼ਾਂ ਨੂੰ ਅਸੀਂ ਫਿਕਸ ਕਰ ਲਿਆ, ਕੁਝ ਟੌਪਿਕ ਯਾਦ ਕਰ ਲਏ ਨੇ, ਉਹ ਸਾਰਿਆਂ ਨੂੰ ਯਾਦ ਕਰਾ ਦਿੱਤੇ ਨੇ, ਬਸ ਬ੍ਰਹਮ ਗਿਆਨੀ ਬਣੇ ਪਏ ਆ। ਉਸ ਵੇਲੇ ਉਹਨੇ ਕਿਹਾ ਵੀ ਜੇ ਤੇ ਤੂੰ ਪਰਮਾਤਮਾ ਦੇ ਬਾਰੇ ਜਾਣਨਾ ਹੈ, ਆਹ ਗਲੀ ਜਾਂਦੀ ਸਾਹਮਣੇ ਦਰਵਾਜ਼ਾ, ਉਧਰ ਲਾਇਬ੍ਰੇਰੀ ਹੈ, ਤੇ ਲਾਇਬ੍ਰੇਰੀ ਦੇ ਵਿੱਚ ਸਾਰੀ ਦੁਨੀਆ ਦੇ ਧਾਰਮਿਕ ਗ੍ਰੰਥ ਤੇ ਉੱਥੇ ਗਿਆਨ ਹੈ। ਇੱਕ ਆਦਮੀ ਵੀ ਬੈਠਾ ਹੈ, ਤੂੰ ਉੱਥੇ ਜਿੰਨੇ ਸਾਲ ਮਰਜ਼ੀ ਲਾ ਪਰਮਾਤਮਾ ਬਾਰੇ ਜਾਣ ਸਕਣਾ ਹੈ, ਜੇ ਤੂੰ ਜਾਣਨਾ ਹੈ। ਉਹਨੇ ਕਿਹਾ ਅੱਜ ਪਹਿਲੀ ਵਾਰੀ ਉਹਨੂੰ ਹੋਸ਼ ਆਈ, ਕਿਉਂਕਿ ਅੱਜ ਤੱਕ 20 ਸਾਲ ਉਹ ਜਾਣਨ ਵਾਸਤੇ ਤੁਰਿਆ ਫਿਰਦਾ ਸੀ, ਮਿਲਣ ਵਾਸਤੇ ਨਹੀਂ ਸੀ। ਪਤਾ ਲੱਗਾ, ਕਹਿੰਦਾ ਮੈਂ ਜਾਣਨਾ ਨਹੀਂ, ਮੈਂ ਮਿਲਣਾ ਹੈ। ਤੇ ਫਿਰ ਦੂਸਰੀ ਗੱਲ ਉਹਨੇ ਕਹੀ, ਕਹਿੰਦੇ ਉੱਪਰ ਚਲਾ ਜਾ, ਜਿਹੜੇ ਉਹ ਮੁਰੀਦ 5000 ਰਹਿੰਦਾ ਸੀ ਉਹ ਲੰਗਰ ਛਕ ਰਹੇ ਸਨ, ਜਾ ਉੱਤੇ ਚਲਾ ਜਾ, ਉਹ ਕੰਮ ਉੱਥੇ ਹੋਵੇਗਾ ਮਿਲਣ ਵਾਲਾ, ਮੇਰੇ ਕੋਲ ਕੁਝ ਵੀ ਨਹੀਂ। ਤੋਰ ਦਿੱਤਾ ਉਸਨੇ, ਉੱਤੇ ਭੇਜਿਆ। ਸੇਵਾ ਚੱਲ ਰਹੀ ਸੀ, ਭਾਂਡੇ ਮਾਂਜੇ ਜਾ ਰਹੇ ਸਨ। ਉੱਥੇ ਜਦੋਂ ਉਹਨੇ ਭਾਂਡਿਆਂ ਦੀ ਸੇਵਾ ਕੀਤੀ ਤੇ ਉਹ ਦਾਤ ਜਿਹੜੀ ਸੀ ਉਹਨੂੰ ਮਿਲੀ, ਜਿਹਨੂੰ ਲੱਭ ਰਿਹਾ ਸੀ, ਜੁੜ ਗਿਆ ਅੰਦਰੋਂ, ਉਹ ਉੱਥੋਂ ਮਿਲਿਆ। ਇਸ ਕਰਕੇ ਇਹ ਧਰਮ ਦਾ ਨਾਤਾ ਜਿਹੜਾ ਲਾਇਬ੍ਰੇਰੀ ਨਾਲ ਨਹੀਂ, ਨਾ ਮੂਰਤੀਆਂ ਨਾਲ ਹੈ, ਨਾ ਬਾਹਰਲੇ ਵਿਖਾਵਿਆਂ ਨਾਲ ਹੈ, ਉਹ ਮਨੁੱਖ ਦੀ ਅੰਦਰਲੀ ਜਗਿਆਸਾ ਨਾਲ ਜੁੜਿਆ ਹੈ। ਤੇ ਗੁਰੂ ਨਾਨਕ ਸਾਹਿਬ ਉਸ ਪੰਡਤ ਨੂੰ ਸਮਝਾ ਰਹੇ ਨੇ, ਤੂੰ ਸਾਰੀ ਉਮਰ ਵੇਦ ਪੜ੍ਹ ਕੇ ਸੁਣਾਏ, ਅਰਥ ਵੀ ਸੁਣਾਏ ਨੇ, ਮੂਰਤੀ ਦੀ ਪੂਜਾ ਵੀ ਕੀਤੀ ਹੈ, ਇਹਨੂੰ ਤੂੰ ਓੰਕਾਰ ਕਹਿਣਾ ਹੈ। ਉਹ ਓੰਕਾਰ ਇੱਥੇ ਨਹੀਂ, ਓੰਕਾਰ ਤੇਰੇ ਹਿਰਦੇ ਵਿੱਚ ਹੈ, ਉੱਥੋਂ ਖੋਜ। ਔਰ ਉਹ ਸਾਰੇ ਜਗਤ ਦੇ ਵਿੱਚ ਹੈ, ਜਿਹੜਾ ਵਿਸ਼ਾ ਆਪਾਂ ਕੱਲ੍ਹ ਵਿਚਾਰਿਆ ਸੀ। ਹੁਣ ਇਹਦੇ ਵਿੱਚ ਦੱਸਣਗੇ ਉਹ ਜਗਤ ਵਿੱਚੋਂ ਕਿਵੇਂ ਦਿਸਦਾ ਹੈ, ਕਿਉਂਕਿ ਕੇਵਲ ਇਹ ਕਹਿਣ ਦੇ ਨਾਲ ਨਾ ਉਹ ਆਪਣੇ ਆਪ ਵਿੱਚੋਂ ਦਿਸਦਾ ਹੈ, ਨਾ ਉਹ ਜਗਤ ਵਿੱਚੋਂ ਦਿਸਦਾ ਹੈ। ਇਹ ਸ਼ਬਦ ਨੇ ਸਤਿਗੁਰੂ ਕਹਿੰਦੇ, ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਆ ਜਗਤ ਉਹਨੇ ਸਹਿਜੇ ਹੀ ਪੈਦਾ ਕਰ ਦਿੱਤਾ ਹੈ, ਤੇ ਇਹਦੇ 3 ਭਵਨ ਬਣਾਏ ਨੇ ਉਹਨੇ, 3 ਕਮਰੇ, 3 ਘਰ, 3 ਥਾਂ ਬਣਾਏ ਨੇ ਮਨੁੱਖੀ ਸਰੀਰ ਦੇ। ਇਹ 3 ਭਵਨ ਦੇ ਅਰਥ ਵਿਦਵਾਨਾਂ ਨੇ ਵੱਖਰੇ ਵੱਖਰੇ ਕੀਤੇ ਨੇ। ਆਮ ਤੌਰ ਤੇ ਇਹਦੇ ਅਰਥ ਕੀਤੇ ਨੇ ਆਕਾਸ਼ ਲੋਕ, ਪਤਾਲ ਲੋਕ ਤੇ ਮਾਤ ਲੋਕ, ਪਰ ਇਹ ਅਰਥ ਤਸੱਲੀ ਨਹੀਂ ਕਰਾਉਂਦੇ। ਜੇ ਇਹਦੇ ਅਰਥ ਠੀਕ, ਮੈਂ ਠੀਕ ਨਹੀਂ ਕਹਿ ਰਿਹਾ, ਮੇਰਾ ਅੰਦਾਜ਼ਾ ਹੀ ਹੈ, ਕਿਉਂਕਿ ਇਹ 3 ਅਰਥ ਲਿਖੇ ਹੋਏ ਨੇ। 3 ਭਵਨ, ਆਕਾਸ਼, ਪਤਾਲ ਤੇ ਮਾਤ ਲੋਕ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਹੈ ਜਿਹਦੇ ਵਿੱਚ ਬੰਦੇ ਦੇ ਸਰੀਰ ਦੇ 3 ਹਿੱਸੇ ਕੀਤੇ ਨੇ, ਉਹ 3 ਭਵਨ ਉਹ ਹੀ ਨੇ। ਉਹ ਕਬੀਰ ਸਾਹਿਬ ਕਹਿੰਦੇ, ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ। 3 ਕੋਠੀਆਂ ਨੇ ਜੀਵਨ ਦੀਆਂ। ਪਹਿਲਾ ਕੋਠਾ ਸਰੀਰ, ਦੂਜਾ ਕੋਠਾ ਮਨ ਤੇ ਤੀਜਾ ਕੋਠਾ ਆਤਮਾ ਹੈ।
ये तीन तीन भवन ने, तीन थां बनाए, तीन भवन एक ज्योति। उस पंडित नूं कहन लगे, हे पंडित जी मूर्ति विचों ना लभो, अपने शरीर के तिन्ना हिस्सियां विचों उहनूं खोजो। शरीर विचों लभो, मन विचों लभो ते आत्मा विचों लभो, इत्थों खोज करो। पुछया जी शरीर विचों किवें लभीए? कहंदे शरीर नूं शुद्ध करो, शरीर की वेखणी ठीक करो, शरीर का सुनना ठीक करो, शरीर का खाना पीना ठीक करो। पहला शरीर की सोध करो, तीजा हिस्सा तुहानूं उहदा दिसना शुरू हो जाएगा। तीजा हिस्सा आ जदों कोई आदमी शरीर की सोध करदा ना, शरीर की रहत रखदा, गुरु की कृपा हुंदी है, अमृत पान कर लैंदा है। बड़े मैं गुरमुख वेखे सुने ने जिहड़े शराब पींदे सन, जदों अमृत छकिया ना, कहंदे जी पता हुण लगा जिंदगी का, शरीर शुद्ध होया ना, अजे तो शरीर ही शुद्ध होया, बदबू विचों गई। तुसी दूसरी गल छड्डो, गुरु साहब का एक हुक्म मान लिया, आपां सिर्फ शरीर की रहत पूरी कर लईए, खाना पीना ठीक हो जाए, आ दो चार चीज़ां ठीक हो जान, ये शरीर वखरा दिसन लग पैंदा, पहलां नालों फर्क दिसन लग पैंदा। कहंदे सब तो पहला भवन है शरीर, शरीर की सोध कर, शरीर दे लोभ घटा, लोड़ मात्र शरीर के भोगां की वरतों कर, बिना लोड़ तो नहीं। तीजा हिस्सा परमात्मा तेनू तेरे शरीर विचों दिसन लग पे, क्योंकि वह तीन भवनां विच बैठा। ते जदों तेरा शरीर शुद्ध हो गया, फिर अगे आए मन, मन दे विच विचारां ने जिहड़ियां। हुण मन की खोज कर, गुरु अगे अपना मन सौंप दे। इस करके तीन चीज़ां जिहड़ियां तन मन ते धन पूरे गुरु नूं सौंपण वास्ते तां कहा गया कि सतगुरु इन्हां नूं शुद्ध कर देण, इन्हां नूं धो देण। ते मन दा शरीर ते चलो आदमी थोड़ा जिहा कर लैंदा, वो भी किसी हद तक, मन नहीं इहदे तो हुंदा। जदों मन शुद्ध ना होया तो जिहड़ी चीज़ साडे तो घर ना ना धुपे, जिहड़ा कपड़ा तुसीं वेख्या होना ज़्यादा मैला हो जाए, फिर आपां किसे नूं दे के आउणे जिथे कैमिकल पा के धोंदे ने। हजूर ने कहा जे मन तेरे तो धुपना नहीं, तू इनू गुरु कोल वेच दे। ते शब्द क्या, मन बेचै सतगुरु कै पास, ते सेवक कै कारज रास। गुरु नूं दे के आ, ते जदों तेरा मन शुद्ध हो जाएगा, उस वेले तेनू 60% परमात्मा दे दीदार होण लग पैणगे। बाहरों किते नहीं उन्हें आउणा, तेरे विचों दिसना। ते फिर जदों तू दो हिस्से शुद्ध कर लेंगा, तीसरे विच प्रवेश करेंगा, वो तेरा हिरदा है, वो तेरी आत्मा है। जदों उहदे विच जाएगा, उत्थे तेनू दीदार हो जाणगे। वो तीन कोठियां दसियां कबीर साहब, कोठड़े मैं कोठड़ी, शरीर दे विच मन रूपी कोठी है। परम कोठी, परम कोठी का मतलब है हिरदा, उहदे विच जाए, तीन चीज़ां शुद्ध कर। धर्म का कारज यही सी, पर यह अफसोस की गल है, जिवें पंडितां ने लोकां नूं भटकाया सी, असीं भी उस तरह सिख जगत नूं भी होर होर गल्लां विच भटका ही दिता। तकरीबन आसे पासे बहसां विच तुसीं वेंदे हो, विषय बने हुए ने, सुनाण वाले आउंदे ने, सारे नहीं मैं कह रहा, पर बहुतात विच यह है, कंद रस बन गया साडा धर्म। गल्लां सुनाउणियां, गल्लां इकट्ठियां करनियां, बहसां दीयां गल्लां, एक दूजे नाल भिड़ना, कुछ गल्लां दा खंडन करना, दूसरे धर्मां दी बेइज्जती करनी। ये साडी कथा है, ये साडे विचार है, अपनी विचार नहीं करनी। मैं कई बार सोचना भी गुरु नानक देव जी जदों हरिद्वार गए तो उत्थे पंडित सन, उत्थे पंडितां नाल गल कीती, उत्थे मुसलमान दा नाम ही नहीं लिया। तुसीं इतिहास पढ़ के वेखो, हरिद्वार जदों गए ना, पानी छिंजिया पंजाब वाले पासे, उत्थे मक्के दा नाम ही नहीं लिया उन्होंने, क्योंकि सामने पंडित सन, उन्हां दी गल करनी सी ना। जदों मक्के गए, उत्थे ब्राह्मण की गल कोई नहीं की, उत्थे उन्हां दी कीती, मक्के दी, मुसलमानां दी। पर साडी हाल की हो गया, सभा हुंदी है गुरसिखां दी, उत्थे गल करनी हुंदी है बाणी दी, पर उत्थे असीं गल सारी करने पंडित दी। ब्राह्मण साडे काबू आ गया, बस ओहदी सारी खोज, सारे वेदां दी नैगेटिव व्याख्या साडे तो सुन सकदे। इस करके किसी मंदिर के पुजारी तो किसी पुछया सी, तुसीं समागम क्यों नहीं कराउंदे? किसी गुरसिख ने पूछया,
ਤੁਸੀਂ ਸਮਾਗਮ ਕਿਉਂ ਨਹੀਂ ਕਰਾਉਂਦੇ? ਕਹਿਣ ਲੱਗਾ ਸਾਨੂੰ ਕਰਾਉਣ ਦੀ ਲੋੜ ਕੀ, ਤੁਸੀਂ ਮਿਹਨਤ ਬੜੀ ਕਰਦੇ ਹੋ। ਤੁਹਾਡੀਆਂ ਕਥਾਵਾਂ ਦੇ ਵਿੱਚ ਸਾਡੇ ਗ੍ਰੰਥਾਂ ਦੀ ਤੇ ਕਥਾ ਹੁੰਦੀ, ਭਾਵੇਂ ਖੰਡਨ ਹੀ ਕਰਦੇ ਹੋ ਪਰ ਪ੍ਰਚਾਰ ਤੇ ਹੋ ਜਾਂਦਾ ਨਾ, ਪ੍ਰਚਾਰ ਸਾਡੇ ਹੀ ਹੋ ਜਾਂਦਾ। ਸਾਰੇ ਦੇਵਤਿਆਂ ਦੇ ਨਾਂ, ਫਲਾਣਾ ਦੇਵਤਾ ਆ ਸੀ ਜੀ, ਫਲਾਣੇ ਵੇਦ ਵਿੱਚ ਆ ਲਿਖਿਆ, ਭਾਵੇਂ ਅਸੀਂ ਉਹਨਾਂ ਨੂੰ ਨੀਵਾਂ ਹੀ ਦਿਖਾਉਂਦੇ ਹਾਂ, ਪਰ ਇਹ ਇੱਕ ਮਨੋਵਿਗਿਆਨ ਹੈ। ਜਿਸ ਚੀਜ਼ ਦਾ ਇਸ ਧਰਤੀ ਤੇ ਖੰਡਨ ਚੱਲੇ ਉਹਦਾ ਪ੍ਰਚਾਰ ਕਈ ਗੁਣਾ ਵੱਧ ਜਾਂਦਾ ਹੈ। ਇਹ ਮਨੋਵਿਗਿਆਨ ਹੈ, ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ। ਅਸੀਂ ਅਣਜਾਣ ਪੁਣੇ ਵਿੱਚ ਉਹਨਾਂ ਦੇ ਜਿਹੜੀਆਂ ਚੀਜ਼ਾਂ ਦੱਸ ਕੇ ਆਪਣੇ ਲੋਕਾਂ ਨੂੰ ਸਿਖਾਈ ਜਾਂਦੇ ਵੀ ਉਹਨਾਂ ਦੇ ਧਰਮ ਵਿੱਚ ਆ ਹੈ। ਆਪਣਾ ਛੱਡ ਦਿੱਤਾ 1430 ਅੰਗ ਸਨ ਜਿਹਦੇ ਵਿੱਚ ਬਹੁਤ ਬਹੁਮੁੱਲਾ ਖਜ਼ਾਨਾ ਹੈ, ਉਹ ਅਸੀਂ ਸਾਈਡ ਤੇ ਰੱਖ ਦਿੱਤਾ ਹੈ, ਵਿੱਚੋਂ ਕੱਢਦਾ। ਇਸ ਕਰਕੇ ਉਹਨਾਂ ਦਾ ਪ੍ਰਚਾਰ ਚੱਲਦਾ। ਆ ਤੁਸੀਂ ਵੇਖ ਹੀ ਰਹੇ ਹੋ, ਜਿਹੜੀ ਚੀਜ਼ ਦਾ ਨੈਗੇਟਿਵ ਪ੍ਰਚਾਰ ਚੱਲੇਗਾ ਉਹ ਵੱਧ ਜਾਏਗੀ ਸੰਸਾਰ ਦੇ ਵਿੱਚ, ਅੱਗੇ ਨਿਕਲ ਜਾਏਗੀ। ਇਸ ਕਰਕੇ ਇਹ ਸਤਿਗੁਰੂ ਨੇ ਸਾਨੂੰ ਸਿਖਾਇਆ ਵੀ ਤੁਸੀਂ ਉਹ ਵੇਖੋ ਜੋ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰ ਲਓਗੇ, ਜਦੋਂ ਜਿਹੜਾ ਦੇਸ਼ ਆਪਣੇ ਆਪ ਵਿੱਚ ਅਮੀਰ ਹੋ ਜਾਏ ਉਹਨੂੰ ਦੂਸਰੇ ਦੀ ਗਰੀਬੀ ਨੂੰ ਭੰਡਣ ਦੀ ਲੋੜ ਨਹੀਂ ਪੈਂਦੀ। ਦੂਸਰਾ ਦੇਸ਼ ਆਪਣੇ ਆਪ ਉਹਦੇ ਕੋਲੋਂ ਭੀਖ ਮੰਗਣ ਵਾਸਤੇ ਆ ਜਾਂਦਾ ਹੈ। ਜਦੋਂ ਆਪਾਂ ਸਿੱਖ ਹੋ ਜਾਵਾਂਗੇ ਸਾਨੂੰ ਦੂਸਰੇ ਮਜ਼ਹਬਾਂ ਦਾ ਖੰਡਣ ਦੀ ਜ਼ਰੂਰਤ ਨਹੀਂ ਪੈਣੀ। ਉਹ ਸਾਡੇ ਤੋਂ ਆਪ ਪ੍ਰਭਾਵਿਤ ਹੋ ਕੇ ਸਿੱਖੀ ਦੀ ਮੰਗ ਕਰਨਗੇ, ਸਾਨੂੰ ਵੀ ਸਿੱਖੀ ਦਿਓ। ਆ ਜਿੰਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਿੱਖ ਬਣੇ ਨੇ, ਲੱਖਾਂ ਨੂੰ ਪਾਰ ਕਰ ਗਏ, ਕਰੋੜਾਂ ਤੱਕ ਪਹੁੰਚ ਗਏ। ਇਹ ਪਹਿਲਾਂ ਸਿੱਖ ਥੋੜ੍ਹੀ ਸਨ। ਪਹਿਲਾਂ ਤਾਂ ਇਹਨਾਂ ਵਿੱਚੋਂ ਬਹੁਤੇ ਹਿੰਦੂ ਸਨ, ਕੋਈ ਮੁਸਲਮਾਨ ਸੀ। ਉਹ ਪ੍ਰਭਾਵਿਤ ਇੰਨੇ ਹੋਏ ਕਿ ਉਹਨਾਂ ਸਿੱਖੀ ਧਾਰਨ ਕਰ ਲਈ। ਇਸ ਕਰਕੇ ਉਸ ਪੰਡਤ ਨੂੰ ਕਹਿੰਦੇ ਤੂੰ ਆਪਣੇ ਨੂੰ ਆਪ ਨੂੰ ਸ਼ੁੱਧ ਕਰੇਗਾ ਤਾਂ ਇਹ ਧਰਮ ਦਾ ਮੁੱਖ ਕਾਰਜ ਹੈ, ਆਪਣੇ ਆਪ ਨੂੰ ਸ਼ੁੱਧ ਕਰ ਲੈਣਾ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਆਪਾਂ ਸ਼ੁੱਧ ਹੋ ਜਾਵਾਂਗੇ ਬਾਹਰਲੇ ਸੰਘਰਸ਼, ਬਾਹਰਲੀਆਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ। ਜਦੋਂ ਆਪਾਂ ਸ਼ੁੱਧ ਹੋਵਾਂਗੇ। ਆ ਹੁਣ ਤੁਸੀਂ ਵੇਖ ਰਹੇ ਹੋ ਭਾਈ ਸੁਖਵਿੰਦਰ ਸਿੰਘ ਹੋਰਾਂ ਨੇ ਭੁੱਖ ਹੜਤਾਲ ਕੀਤੀ ਹੈ। ਉਹਦੇ ਨਾਲ ਕੁਝ ਬਣੇ ਕੁਝ ਨਾ ਬਣੇ, ਪਰ ਇੰਜ ਲੱਗਦਾ ਹੈ ਕਿ ਪਹਿਲੀ ਵਾਰੀ ਇੱਕ ਸੰਘਰਸ਼ ਇਸ ਤਰ੍ਹਾਂ ਦਾ ਉਹਨੇ ਸ਼ੁਰੂ ਕੀਤਾ ਜਿਹੜਾ ਜਾਗ ਕੇ ਉਹਨੇ ਕਿਹਾ ਵੀ ਮੈਂ ਵਿੱਚ ਬੰਦਾ ਨਹੀਂ ਆਉਣ ਦੇਣਾ, ਕੋਈ ਵਿਚੋਲਾ ਨਹੀਂ ਬਣ ਦੇਣਾ, ਮੈਂ ਆਪ ਹੀ ਗੱਲ ਕਰਾਂਗਾ। ਇਹ ਪਹਿਲੀ ਵਾਰੀ ਹੋਇਆ, ਜਾਗ ਕੇ ਹੋਇਆ। ਕਿਉਂਕਿ ਜਿਹੜੇ ਵਿਚੋਲੇ ਨੇ ਵਿੱਚ ਵਾਲੇ ਉਹ ਸਾਰੇ ਸੰਘਰਸ਼ਾਂ ਨੂੰ ਚੂੰਡ ਗਏ, ਖਾ ਗਏ। ਜਿੰਨੇ ਸੰਘਰਸ਼ ਹੋਏ ਨੇ ਕਿਉਂ ਖਾ ਗਏ? ਕਿਉਂਕਿ ਸਾਡਾ ਆਪਣਾ ਆਪਾ ਸ਼ੁੱਧ ਨਹੀਂ ਸੀ, ਅਸੀਂ ਆਪ ਠੀਕ ਨਹੀਂ ਸੀ, ਅਸੀਂ ਸੰਘਰਸ਼ ਕਰਨ ਲੱਗ ਪਏ। ਸਾਡੀ ਨੀਅਤ ਸ਼ੁੱਧ ਨਹੀਂ ਸੀ, ਸਾਡੀ ਜਿਹੜੀ ਦੌੜ ਹੈ ਉਹ ਧਨ ਤੱਕ ਸੀ, ਅਹੁਦਿਆਂ ਤੱਕ ਸੀ, ਆਪਣੇ ਆਪ ਨੂੰ ਬਚਾਉਣ ਤੱਕ ਸੀ, ਆਪਣਾ ਨਾਂ ਚਮਕਾਉਣ ਤੱਕ ਸੀ। ਇਸ ਕਰਕੇ ਜਦੋਂ ਮੂਲ ਕੰਮ ਜਿਹੜਾ ਨਾ ਸਿੱਖੀ ਦਾ ਆਪਣੇ ਆਪ ਨੂੰ ਸਿੱਖ ਬਣਾਉਣਾ, ਉਸ ਤੋਂ ਬਾਅਦ ਫਿਰ ਜਿੱਧਰ ਵੀ ਸਿੱਖ ਤੁਰੇਗਾ, ਭਾਵੇਂ ਸਮਾਜ ਵੱਲ ਤੁਰੇਗਾ ਸਮਾਜ ਦੀ ਪ੍ਰਾਪਤੀ ਹੋ ਜਾਏਗੀ, ਰਾਜ ਵੱਲ ਤੁਰੇਗਾ ਰਾਜ ਦੀ ਪ੍ਰਾਪਤੀ ਹੋ ਜਾਏਗੀ। ਤੇ ਜਿੰਨਾ ਚਿਰ ਆਪਾਂ ਹੀ ਸ਼ੁੱਧ ਨਹੀਂ, ਰਾਜ ਕਰੇਗਾ ਕੌਣ? ਸਾਡੇ ਤੋਂ ਛੋਟੇ ਛੋਟੇ ਪ੍ਰਬੰਧ ਨਹੀਂ ਚੱਲ ਰਹੇ, ਇੰਨਾ ਵੱਡਾ ਕੰਮ। ਪਹਿਲਾਂ ਸਾਨੂੰ ਆਪਣੇ ਆਪ ਨੂੰ ਸ਼ੁੱਧ ਕਰਨਾ ਚਾਹੀਦਾ। ਇਸ ਕਰਕੇ ਉਹਨੂੰ ਸਮਝਾ ਰਹੇ ਨੇ ਕਿ ਇਹ ਤੇਰੇ ਵਿੱਚ 3 ਭਵਨ 1 ਜੋਤੀ ਧਿਆਨ ਦੇਣਾ। ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ। ਗੁਰੂ ਵਾਲਾ ਬਣ ਕੇ ਇਸ ਦੇਹ ਨੂੰ, ਜੀਵਨ ਨੂੰ ਸ਼ੁੱਧ ਕਰ ਤੇ ਇਹਦੇ ਵਿੱਚੋਂ ਨਾਮ ਦੇ ਹੀਰੇ ਮੋਤੀ ਚੁਣ ਲੈ। ਫਿਰ ਕਹਿੰਦੇ ਸਮਝੈ ਸੂਝੈ ਪੜ ਪੜ ਬੂਝੈ। ਉਪਦੇਸ਼ ਦੇ ਰਹੇ ਨੇ ਪੰਡਤ ਜੀ, ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਸਮਝੋ, ਚੰਗੀ ਤਰ੍ਹਾਂ ਜਾਣੋ ਇਹਦੇ ਅਰਥ ਕੀ ਨੇ। ਇਹਦੇ ਅਰਥ ਆਪ ਨਾ ਕੱਢੋ, ਗੁਰੂ ਦੇ ਅਨੁਸਾਰ ਵੇਖੋ। ਸਮਝੈ ਸੂਝੈ, ਫਿਰ ਤੁਹਾਨੂੰ ਸੋਝੀ ਆਵੇਗੀ, ਗਿਆਨ ਮਿਲੇਗਾ। ਪੜ ਪੜ ਬੁੱਝੈ, ਫਿਰ ਤੁਸੀਂ ਬੁੱਝ ਸਕੋਗੇ, ਕਿਉਂਕਿ ਸਾਰੀ ਗੁਰਬਾਣੀ ਬੁਝਾਰਤ ਹੈ। ਅੱਖਰ ਹੋਰ ਨੇ, ਅਰਥ ਇਹਦੇ ਹੋਰ ਨਿਕਲਦੇ ਨੇ, ਵੱਖਰੇ ਨਿਕਲਦੇ। ਤੇ ਜਦੋਂ ਇਹ ਸਮਝ ਲਿਆ ਜਾਏਗਾ ਉਦੋਂ ਪਤਾ ਲੱਗੇਗਾ ਅੰਤ ਨਿਰੰਤਰ ਸਾਚਾ। ਇਸ ਜਗਤ ਦੇ ਅੰਦਰ ਜੇ ਕੋਈ ਕਾਇਮ ਰਹਿਣ ਵਾਲੀ ਸਦਾ ਚੀਜ਼ ਹੈ, ਵਸਤੂ ਹੈ, ਤੇ ਉਸ ਵਾਹਿਗੁਰੂ ਦਾ ਨਾਮ ਹੈ। ਫਿਰ ਉਸ ਧਨ ਨੂੰ ਇਕੱਠਾ ਕਰੇਗਾ ਉਹ ਮਨੁੱਖ,
गुरमुख देखै साज संभाले, बिन साचे जग काचा। गुरु की अख द्वारा जदों इस जगत नूं वेखेगा तो वह इस विचों पूरे सच नूं संभालेगा, यानी कि नाम का धन इकट्ठा करेगा और उन्हों अंदरों एक सोझी हो जाएगी कि बिना सच्चे नाम तो ये जगत कच्चा है। फिर तीसरे अंग विच उस एक नूं जगत विचों वेखण दी जाच दस रहे ने। धद्दै धर्म धरे धर्मापुर, आ जिहड़ी धरती है ये धर्मपुर है, धर्म का वस है, धर्मशाल है। ये ऐसी थां है जिथे असीं धर्म सिख सकने। इस धरती दे उत्ते धद्दै धर्म धरे धर्मापुर, धर्मापुर का मतलब है जिथे धर्म की पुरी हुंदी है, जिथे धार्मिक लोग रहिंदे ने, उन्हां दी संगत करे, उस थां ते जुड़े, उस थां ते टिके और उस थां तो गुणकारी मन धीरा। ज्यों ज्यों इस मन दे विच गुरु की सिक्ख्या वसेगी, गुरु का उपदेश, गुरु का शब्द टिकेगा, त्यों त्यों ये मन टिकना शुरू हो जाएगा, त्यों त्यों ये विच विश्वास बढ़ेगा। जिन्ना चिर मन की शुद्धता नहीं उन्ना चिर मन का टिकाव भी नहीं है। बेविश्वासी बनी रहेगी, अंदर डोलता रहेगा, क्योंकि अंदर अशुद्धता है, अंदर बेविश्वासी है, अंदर बेयकीनी है। गुरु साहब उस ब्राह्मण नूं कह रहे ने कि जदों साध संगत विच जुड़ के परमात्मा दे नाम नाल जुड़ के उहदे गुण नूं, उहदे सुभाਅ नूं अंदर टिकावांगे ना ते मन धीरा, धीरा दा अर्थ है धीरज विच आ जाएगा, टिकाव विच आउणा शुरू हो जाएगा, टिकना शुरू हो जाएगा। फिर एक होर जतन उस पंडित नूं दस्या, कहंदे सब तो वड्डी एक दात है, धद्दै धूल पड़ै मुख मस्तक, कंचन पै मनूरा। ऐसे थां ते जे तू जाए जिथे रब दे प्यारे जुड़े होण, उथों दी धूड़ तेरे मत्थे ते पै जाए। धद्दै धूल पड़ै मुख मस्तक, कंचन भै मनूरा। मनूर का अर्थ है वह लोहा जिहड़ा अग विच सड़िया होवे। कहंदे ये मन संसार की अग्नि विच सड़ चुका है। हे पंडित, जे इस नूं तू साध संगत विच लैके जाएगा, उन्हां लोकां दे विच बहेगा जिन्हां दे अंदर नाम वसिया है। ये सब तो सरल तरीका सानू सिੱਖੀ विच दिता गया है। मैं शुरू विच बेनती कीती सी, जे ब्राह्मण नूं मूर्ति पूजा तो वरजिया, जे खंडन किया तो हुण रस्ता भी दसिया भी तुरना किधर है, ना कीती है तो राह भी विखाया, राह दिखाया। धर्मापुर जाके, धर्मापुर का मतलब गुरु के चरण, गुरु की हजूरी, उन्हां लोकां दी संगत जिन्हां दे विचों वस चुका है, जिन्हां दे विचों टिक चुका है। जदों तू उन्हां दे कोल बवेगा ना, क्योंकि ये जिहड़ी रब दे घर दी दात है, गुरु की बख्शिश सिੱਖੀ है, ये बहुती तर समझिया समझ विच नहीं आउंदी। ये शरीरां तो शरीरां नूं लगदी है, जिवें रोग लगदा है ना शरीर तो दूजे शरीर नूं, वस्त्रां तो, एक दूजे ते कपड़ियां तो लगदा है। ये धर्म इस तरह का एक कह लो उदाहरण के तौर पर रोग कह सकते हैं, ये शरीरां विचों लगदा है। तां ते गुरु साहब कहंदे हम तिनके चरण पखाल दे, धूड़ घोल घोल पीजै, उन्हां दे नाल रहना। क्योंकि ये जिहड़ी दात है ये शरीरां दे नाल संबंध रखदी। तां ही गुरु साहब ने साध संगत ते बहुता जोर दिता है, नहीं तो ज्ञान ते हुण बंदे दे छोटे जिहे मोबाइल दे विच बहुत है। जे अखरां नाल पढ़ के मिले, हुण तुसीं ध्यान देना, साधन ते बड़े ने, चलो चंगे ने, दूर दूर तक जिथे आदमी बैठा सुन सकता है कथा, किसी भी कीर्तन सुन सकता है, पाठ सुन सकता है। पर यह साधन उन्हां लई तां चंगे जिहड़े मजबूर ने, बड़ी दूर इकल्ले इलाके विच बैठे ने, उन्हां लई तां चंगे ने, क्योंकि वो बेबस ने, उन्हां ते गुरु ने कृपा भी कर देनी। पर इस मीडिया का एक बहुत बड़ा नुकसान भी होया, खास करके पंजाब की धरती ते मैं वेखना भी जदों दे लाइव चले ने और टीवी ते कथा आउंदियां ने, गुरुद्वारे खाली हो गए ने। सवेरे गुरुद्वारियां में कोई भी नहीं, दो चार आदमी वो भी नेड़े होणगे जां किवें। इहदा एक नुकसान भी बहुत बड़ा होया।
ਲਾਭ ਵੀ ਹੋਇਆ। ਇਸ ਕਰਕੇ ਇਹਦੀ ਵਰਤੋਂ ਤਾਂ ਕਰ ਲੈਣੀ ਚਾਹੀਦੀ, ਪਰ ਜਿਹੜੀ ਚੀਜ਼, ਕਿਉਂਕਿ ਇਹ ਸਰੀਰੀ ਧਰਮ ਹੈ ਸਾਧ ਸੰਗਤ, ਇਹਨੂੰ ਕਹਿ ਰਹੇ ਨੇ ਧੱਦਾ ਧੂੜ ਪੜੈ ਮੁਖ ਮਸਤਕ। ਜਦੋਂ ਸੰਗਤ ਕਰੇਗਾ ਸਰੀਰਾਂ ਦੇ ਰਾਹੀਂ, ਸਾਧ ਸੰਗਤ ਵਿੱਚ ਬਹੇਗਾ, ਉਦੋਂ ਤੈਨੂੰ ਦਾਤ ਮਿਲੇਗੀ। ਧਨ ਧਰਣੀ ਧਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ। ਕਿਉਂਕਿ ਧਰਣੀ ਧਰ, ਧਰਤੀ ਦਾ ਆਸਰਾ ਪਰਮਾਤਮਾ, ਉਹਦਾ ਜਿਹੜਾ ਧਨ ਹੈ ਉਹ ਅਜੋਨੀ ਭਾਵ ਜਨਮ ਮਰਨ ਤੋਂ ਰਹਿਤ ਹੈ। ਉਹਦਾ ਤੋਲ ਤੇ ਬੋਲ ਪੂਰਾ ਹੈ, ਉਹਦੇ ਸ਼ਬਦ ਤੋਲੇ ਹੋਏ ਹਨ। ਇੱਥੇ ਤੋਲ ਬੋਲ ਦਾ ਮਤਲਬ ਉਹ ਬੋਲ, ਉਹ ਸ਼ਬਦ ਜਿਹੜੇ ਪੂਰੀ ਤਰ੍ਹਾਂ ਤੋਲ ਕੇ ਕੱਢੇ ਗਏ, ਜਿਵੇਂ ਗੁਰਬਾਣੀ ਹੈ, ਸੋਧਿਆ ਹੋਇਆ ਸੱਚ ਪੂਰੀ ਤਰ੍ਹਾਂ। ਅੱਗੇ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਇਹਦੇ ਵਿੱਚ ਉਸ ਪੰਡਤ ਨੂੰ ਗੁਰੂ ਦੀ ਜ਼ਰੂਰਤ ਤੇ ਜ਼ੋਰ ਦੇ ਰਹੇ ਨੇ ਕਿ ਇਸ ਮਾਰਗ ਤੇ ਕੋਈ ਵੀ ਸਾਧਨ, ਕੋਈ ਹਕਮਤ, ਕੋਈ ਰਾਹ ਕੰਮ ਨਹੀਂ ਦੇ ਸਕਦਾ ਜਿੰਨਾ ਚਿਰ ਤੂੰ ਗੁਰੂ ਦੇ ਮਾਰਗ ਤੇ ਨਾ ਤੁਰੇਗਾ। ਤੂੰ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਚਿਰ ਨਾ ਕੋਈ ਮੂਰਤੀ, ਨਾ ਕੋਈ ਗਿਆਨ, ਨਾ ਕੋਈ ਗ੍ਰਾਮਰ, ਨਾ ਕੋਈ ਵਿਆਖਿਆ ਤੈਨੂੰ ਕੰਮ ਨਹੀਂ ਦੇਗੀ। ਗੁਰੂ ਵਾਲੇ ਬਣਨਾ ਔਰ ਧੂੜ ਲੈਣੀ, ਧੱਦਾ ਧੂੜ ਪੜੈ ਮੁਖ ਮਸਤਕ, ਇਹ ਦੋ ਚੀਜ਼ਾਂ ਉਸ ਬ੍ਰਾਹਮਣ ਨੂੰ ਸਮਝਾਈਆਂ ਨੇ। ਆਓ ਸਤਿਗੁਰਾਂ ਦੇ ਚਰਨਾਂ ਵਿੱਚੋਂ ਆਪਾਂ ਇਹ ਦਾਤ ਮੰਗੀਏ, ਜਿਹਦੇ ਵਿੱਚ ਹਜ਼ੂਰ ਕਹਿੰਦੇ ਧੂੜ ਪੜੈ ਮੁਖ ਮਸਤਕ। 1-2 ਮਿੰਟ ਵਾਸਤੇ ਇਸ ਸ਼ਬਦ ਨਾਲ ਜੁੜੀਏ, ਸਮਾਪਤੀ ਕਰਾਂਗੇ। ਗੁਰ ਸਿੱਖਾਂ ਕੀ ਹਰ ਧੂੜ ਦੇ, 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 ਹਮ ਪਾਪੀ ਬਿਗਤ ਪਾਹੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਬਿਗਤ ਪਾਹੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ। जिन के चोले रतड़े प्यारे, जिन के चोले रतड़े प्यारे, जिनके चोले रतड़े प्यारे, जिनके चोले रतड़े प्यारे। कंत तिना के पास, कंत तिना के पास, कंत तिना के पास, कंत तिना के पास। धूड़ तिना कीजे मिलै, धूड़ तिना कीजे मिलै, धूड़ तिना कीजे मिलै, धूड़ तिना कीजे मिलै, धूड़ तिना कीजे मिलै जी, धूड़ तिना कीजे मिलै जी, धूड़ तिना कीजे मिलै जी, धूड़ तिना कीजे। कहो नानक की अरदास, कहो नानक की अरदास, नानक की अरदास, कहो नानक की अरदास। हम पापी बिगत पाहे, गुर सिखां की हर धूड़ दे, गुर सिखां की हर धूड़ दे। हम पापी बिगत पाहे, गुर सिखां की हर धूड़ दे, गुर सिखां की हर धूड़ दे। तदै धूल पड़ै मुख मस्तक, कंचन पै मनूरा। इस दखणी ओंकार बाणी विच ये सारे ही श्लोक उस ब्राह्मण नाल संबंधित ने, उन्होंने उपदेश दे रहे ने और आपां इस तरह तरतीब विच विचारते रहांगे। इन्नियां बेनतियां आप जी ने प्रवान करनियां। समूह साध संगत बहुत बहुत धन्नवाद। भुलां चुकां दी खिमा। वाहिगुरू जी का खालसा, वाहिगुरू जी की फतेह।